ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਮਰਨ ਮੁਨਸਾ ਸੂਰਿਆ ਹਤ ਹੈ, ਜੇ ਹੋਏ ਮਰਨ ਪਰਵਾਣੋ। ਸੂਰੇ ਸਈ ਆਗੇ ਆਖੀਐ, ਦਰਗਹ ਪਾਵਹਿ ਸਾਚੀ ਮਾਣੋ। ਦਰਗਹ ਮਾਣ ਪਾਵੈ, ਪਦ ਸਿਉ ਜਾਵਹਿ। ਆਗੇ ਦੁਖ ਨਾ ਲਾਗੈ, ਕਰ ਏਕ ਧਿਆਵਹਿ ਤਾਂ ਫਲ ਪਾਵਹਿ। ਜਿਤ ਸੇਵਿਐ ਭਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ। ਆਪੇ ਜਾਣੈ ਜਾਣੋ, ਮਰਨ ਮੁਨਸਾ ਸੂਰਿਆ ਹਕ ਹੈ। ਜੋ ਹੋਏ ਮਰਹਿ ਪਰਵਾਣੋ। ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸੁਮਾਵੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ ਆਗਮ ਅਗੋਚਰ। ਸਚ ਸਾਹਿਬ ਮੇਰਾ ਨਾਨਕ ਬੋਲੇ, ਬੁਲਾਇਆ ਦੇਰੋ। ਨਾਨਕ ਬੋਲੇ, ਬੁਲਾਇਆ ਤੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੇ ਸਰਬਤਰ ਤਰਾਣੈ, ਕੇ ਸਰਬਤਰ ਪ੍ਰਾਣੈ, ਕੇ ਸਰਬਤਰ ਦੇਸੈ, ਕੇ ਸਰਬਤਰ ਭੇਸੈ।
के सर्वत्र माने सदैवं प्रधाने के सर्वत्र जापे के सर्वत्र थापे के सर्वत्र भाने के सर्वत्र माने के सर्वत्र इंद्र के सर्वत्र चंद्र के सर्वं कली में के परमं कही में के आकुल अलम में के साहिब कलम में के आकुल अलम में के साहिब कलम में। वाहिगुरु जी का खालसा वाहिगुरु जी की फतेह। परम सत्कार से सम्मानयोग चबर छत्र तखत दे मालक जुगो जुग अटल सर्व सांझी वालता दे पैगंबर दीन अते दुनिया दे राखे मुक्ता दे सांझे रहबर गुरता गद्दी ते सुभाईमान फलत पलत के रखे धन 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 साहिब श्री गुरु ग्रंथ साहिब जी महाराज सतगुरां दी अपार कृपा बख्शिश रहमत दा सदका आप सरबत माई भाई गुरसिख संगत गुरुद्वारा सिंह शहीदां सुहाना विखे अमृत वेले दे दीवाना च गुरु दरबार दीयां हाजरियां भर के अपना मनुखा जीवन सफल कर रहे हो बड़ भागे हो। बहुत ही अदब सत्कार नाल आप जियां ने रबी गुरबाणी का कीर्तन श्रवण किया है। उपरंत श्री जाप साहब जी की पावन पवित्र गुरबाणी की जो लड़ीवार विचार कर रही है जिन्होंने संतां का आप जियां ने मूल पाठ श्रवण किया आप उन्होंने विचार करनी है। और नाल ही अमर शहीद ब्रह्म ज्ञानी शहीद धन 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 बाबा दीप सिंह जी जिन्हों का अज शहीदी दिहाड़ा भी है। असीं अपने उन्होंने महान शहीदों की शहादत को भी प्रणाम करना है। सुरत करके धन धन बाबा दीप सिंह साहब जी की शहादत के दर्शन करने ने। आओ पहला जाप साहब की पावन बाणी के जोड़े संत ने आप उन्होंने विचार नाल जुड़ीए। जिन्ना भी समा सतगुरु बख्शणगे मानसिक बिरतियां एकाग्र करके बैठने का यत्न करियो ताकि गुरु का उपदेश साडे मन तक पहुंच जाए, साडे हिरदे तक पहुंच जाए। गुरु का उपदेश साडे जीवन का आधार बन जाए।
ਜਪ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਅਕਾਲ ਪੁਰਖ ਦਾ ਸਰੂਪ, ਉਹਦੇ ਗੁਣ, ਵਾਹਿਗੁਰੂ ਦਾ ਸੁਭਾਅ, ਵਾਹਿਗੁਰੂ ਦੀ ਤਾਕਤ, ਇਹਨਾਂ ਤਮਾਮ ਗੁਣਾਂ ਦਾ ਜ਼ਿਕਰ ਕੀਤਾ ਹੈ। ਅੱਜ ਦੇ ਪਾਵਨ ਪਵਿੱਤਰ ਬਚਨ ਨੇ ਕਿ ਸਰਬੱਤਰ ਤਰਾਣੈ। ਤਰਾਣੈ ਦਾ ਅਰਥ ਹੁੰਦਾ ਤਾਕਤ, ਸ਼ਕਤੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੂੰ ਬਹੁਤ ਜ਼ੋਰ ਵਾਲਾ ਹੈ, ਤੂੰ ਬਹੁਤ ਤਾਕਤ ਵਾਲਾ ਹੈ, ਤੇਰੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ। ਇਨਸਾਨ ਪਹਿਲਾਂ ਆਪਣਾ ਜ਼ੋਰ ਦਿਖਾਉਂਦਾ ਹੈ, ਆਪਣੇ ਜ਼ੋਰ ਤੇ ਗੱਲਾਂ ਕਰਦਾ ਹੈ। ਜਦੋਂ ਇਹਦਾ ਜ਼ੋਰ ਹਾਰਦਾ ਹੈ, ਫਿਰ ਗੁਰੂ ਪਰਮਾਤਮਾ ਆਪਣਾ ਜ਼ੋਰ ਇਹਨੂੰ ਦਿੰਦੇ ਆ। ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੁਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਈ। ਇਹ ਸਾਰੇ ਕੰਮਾਂ ਦੇ ਵਿੱਚ ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ। ਜਦੋਂ ਇਨਸਾਨ ਨੂੰ ਅਹਿਸਾਸ ਹੁੰਦਾ ਵੀ ਆਪਣੀ ਤਾਂ ਤਾਕਤ, ਸ਼ਕਤੀ, ਜ਼ੋਰ ਕਿਤੇ ਚੱਲ ਹੀ ਨਹੀਂ ਰਿਹਾ, ਫਿਰ ਪਰਮਾਤਮਾ ਕੋਲ ਜਦੋਂ ਇਨਸਾਨ ਹਾਰ ਕੇ ਆਉਂਦਾ, ਆਪਣੀ ਹਾਰ ਮੰਨ ਕੇ ਆਉਂਦਾ, ਇਹਨੂੰ ਅਹਿਸਾਸ ਹੁੰਦਾ ਵੀ ਮੇਰਾ ਜ਼ੋਰ ਨਹੀਂ ਹੈ, ਤੇਰਾ ਜ਼ੋਰ, ਤੇਰੀ ਮਨ ਟੇਕ। ਫਿਰ ਸਤਿਗੁਰੂ ਇਹਨੂੰ ਕਰਮ ਖੰਡ ਕੀ ਬਾਣੀ ਜੋਰ, ਕਰਮ ਖੰਡ ਵਿੱਚ ਲਿਜਾ ਕੇ ਆਪਣਾ ਜ਼ੋਰ, ਆਪਣੇ ਜ਼ੋਰ ਨਾਲ ਲਿਜਾਂਦੇ ਆ, ਆਪਣਾ ਜ਼ੋਰ ਇਹਨੂੰ ਦਿੰਦੇ ਔਰ ਅਹਿਸਾਸ ਕਰਾਉਂਦੇ ਆ ਵੀ ਇੱਥੇ ਜ਼ੋਰ ਜਿਹੜਾ ਹੈ ਉਹ ਪਰਮਾਤਮਾ ਦਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਜ਼ੋਰ ਚੱਲ ਰਿਹਾ ਹੈ। ਇਨਸਾਨ ਨੂੰ ਜਿਵੇਂ ਜਿਵੇਂ ਕੁਝ ਗੱਲਾਂ ਦੀ ਸਮਝ ਆਈ, ਉਵੇਂ ਉਵੇਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ, ਜਾਂ ਇਹਨੂੰ ਉਸ ਵਾਹਿਗੁਰੂ ਦੀ ਤਾਕਤ ਦਾ, ਉਹਦੀ ਸ਼ਕਤੀ ਦਾ ਅਹਿਸਾਸ ਹੋਇਆ। ਆਮ ਸੰਸਾਰੀ ਲੋਕਾਂ ਨੂੰ ਛੇਤੀ ਇਸ ਗੱਲ ਦੀ ਨਹੀਂ ਸਮਝ ਆਉਂਦੀ। ਉਹ ਤਾਂ ਜੋ ਦ੍ਰਿਸ਼ਟਮਾਨ ਹੈ, ਜੋ ਦਿਸ ਰਿਹਾ, ਉਹਨੂੰ ਹੀ ਆਪਣਾ ਜ਼ੋਰ, ਆਪਣੀ ਤਾਕਤ, ਸਭ ਕੁਝ ਉਸੇ ਨੂੰ ਸਮਝਦੇ ਆ ਜੋ ਦਿਸ ਰਿਹਾ। ਅੱਖਾਂ ਵੇਖ ਰਹੀਆਂ ਨੇ, ਉਹ ਕਹਿੰਦਾ ਮੈਨੂੰ ਦਿਸ ਰਿਹਾ, ਮੇਰੇ ਅੱਗੇ ਕੀ ਝੂਠ ਬੋਲੇਗਾ। ਕੋਈ ਕਹਿੰਦਾ ਮੈਨੂੰ ਸੁਣ ਗਿਆ ਹੈ, ਮੈਨੂੰ ਸੁਣ ਰਿਹਾ, ਤੂੰ ਮੇਰੇ ਅੱਗੇ ਕੀ ਝੂਠ ਬੋਲੇਗਾ। ਪਰ ਦੇਖ ਵੀ ਤਾਂ ਹੀ ਰਿਹਾ ਨਾ ਜੇ ਪਿੱਛੇ ਪਰਮਾਤਮਾ ਦੀ ਤਾਕਤ, ਸ਼ਕਤੀ ਹੈ। ਜਿਹਨੇ ਅੱਖਾਂ ਦਿੱਤੀਆਂ, ਜੇ ਉਹਨੇ ਤਾਕਤ ਦਿੱਤੀ ਤਾਂ ਹੀ ਵੇਖ ਰਿਹਾ। ਜੇ ਉਹਨੇ ਕੰਨ ਦਿੱਤੇ, ਪਿੱਛੇ ਸੁਣਨ ਦੀ ਤਾਕਤ, ਸ਼ਕਤੀ ਦਿੱਤੀ ਤਾਂ ਹੀ ਸੁਣ ਰਿਹਾ। ਜੇ ਕੁਝ ਬੋਲ ਰਿਹਾ, ਜੇ ਬੋਲਣ ਦੀ ਤਾਕਤ ਦਿੱਤੀ ਤਾਂ ਹੀ ਬੋਲ ਰਿਹਾ। ਜੇ ਚੱਲ ਰਿਹਾ, ਤੁਰ ਰਿਹਾ, ਜੇ ਉਹਦੀ ਤਾਕਤ ਹੈ ਤਾਂ ਹੀ ਤੁਰ ਰਿਹਾ। ਜੇ ਤੇਰੇ ਕੋਲ ਹੱਥ ਨੇ, ਕਈ ਕਹਿੰਦੇ ਆ ਜੀ ਮੇਰੇ ਹੱਥ, ਚਲੋ ਜੇ ਹੱਥ ਤੂੰ ਕਹਿਣਾ ਮੇਰੇ ਆ, ਪਰ ਇਹ ਹੱਥ ਕੰਮ ਤਾਂ ਹੀ ਕਰ ਰਿਹਾ ਨਾ ਜੇ ਉਸ ਵਾਹਿਗੁਰੂ ਦੀ ਤਾਕਤ ਵਰਤ ਰਹੀ ਹੈ। ਜਦੋਂ ਆਪਣੀ ਜੋਤ, ਆਪਣੀ ਤਾਕਤ ਪਿੱਛੇ ਖਿੱਚਦਾ ਹੈ, ਫਿਰ ਇਹ ਇਨਸਾਨ, ਇਹ ਸਰੀਰ ਨਿਢਾਲ ਹੋ ਜਾਂਦਾ, ਕਿਸੇ ਕੰਮ ਦਾ ਨਹੀਂ ਰਹਿੰਦਾ, ਸਿਵਾਏ ਮਿੱਟੀ ਦੇ ਢੇਰ ਤੋਂ। ਕੁਝ ਵੀ ਕਰਨ ਜੋਗਾ ਨਹੀਂ ਰਹਿੰਦਾ, ਕਿਉਂਕਿ ਉਹਨੇ ਤਾਕਤ ਖਿੱਚ ਲਈ। ਜਿੰਨੀ ਦੇਰ ਤੱਕ ਉਹਦੀ ਤਾਕਤ ਹੈ, ਉਨੀ ਦੇਰ ਤੱਕ ਇਹ ਦੌੜਿਆ ਫਿਰਦਾ, ਭੱਜਿਆ ਫਿਰਦਾ, ਸਭ ਕੁਝ ਕਰ ਲਿਆ। ਪਰ ਪਿੱਛੇ ਤਾਕਤ ਤਾਂ ਉਸ ਵਾਹਿਗੁਰੂ ਪਰਮਾਤਮਾ ਦੀ ਹੈ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬੈਠੇ ਆ, ਇਸ ਗੱਲ ਦਾ ਅਹਿਸਾਸ ਹੁੰਦਾ ਹੈ। ਸੰਸਾਰੀ ਬੰਦਾ ਕਹਿੰਦਾ ਮੈਂ ਕਰ ਰਿਹਾ, ਧਰਮੀ ਬੰਦਾ ਕਹਿੰਦਾ ਮੈਂ ਨਹੀਂ ਕਰ ਰਿਹਾ, ਪਰਮਾਤਮਾ ਕਰ ਰਿਹਾ। ਸਤਸੰਗੀ ਕਹਿੰਦਾ ਜੋ ਹੋ ਰਿਹਾ ਪਰਮਾਤਮਾ ਦੀ ਰਜ਼ਾ, ਉਹਦੇ ਹੁਕਮ ਵਿੱਚ ਹੋ ਰਿਹਾ। ਸੰਸਾਰੀ ਬੰਦਾ ਕਹਿੰਦਾ ਮੈਂ ਕਰ ਰਿਹਾ, ਮੇਰੇ ਹੁਕਮ ਵਿੱਚ ਹੋ ਰਿਹਾ। ਇੰਨਾ ਹੀ ਫਰਕ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਸਤਸੰਗ ਵਿੱਚ ਆਉਣ ਨਾਲ ਇਨਸਾਨ ਧਰਮੀ ਵੀ ਬਣਦਾ ਹੈ। ਜਦੋਂ ਧਰਮੀ ਬਣਦਾ ਹੈ, ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ, ਗ੍ਰਹਿਣ ਕਰਦਾ, ਉਹਨੂੰ ਬੜਾ ਕੁਝ ਬਦਲਦਾ ਹੈ। ਇਸ ਗੱਲ ਦੀ ਤਾਂ ਸਮਝ ਆਉਣੀ ਹੀ ਆਉਣੀ ਕਿ ਇਹ ਤਾਕਤ, ਇਹ ਜ਼ੋਰ ਮੇਰਾ ਨਹੀਂ, ਇਹ ਤਾਕਤ ਜ਼ੋਰ ਪਰਮਾਤਮਾ ਦਾ ਹੈ। ਹੋਰ ਵੀ ਬਹੁਤ ਕੁਝ ਬਦਲਦਾ ਹੈ।
ਇਨਸਾਨ ਦੀਆਂ ਅੱਖਾਂ ਨਹੀਂ ਬਦਲਦੀਆਂ, ਗੁਰੂ ਕੋਲ ਆਉਣ ਨਾਲ, ਸਤਸੰਗ ਕਰਨ ਦੇ ਨਾਲ, ਗੁਰੂ ਉਪਦੇਸ਼ ਸੁਣਨ ਦੇ ਨਾਲ, ਵਾਹਿਗੁਰੂ ਦੇ ਗੁਣਾਂ ਦੇ ਨਾਲ ਜੁੜਨ ਦੇ ਨਾਲ ਅੱਖਾਂ ਦੀ ਦ੍ਰਿਸ਼ਟੀ ਬਦਲ ਜਾਂਦੀ, ਇਹਦਾ ਨਜ਼ਰੀਆ ਬਦਲਦਾ, ਇਹਦੇ ਕੰਨਾਂ ਦਾ ਸੁਣਨ ਦਾ ਸੁਭਾਅ ਬਦਲ ਜਾਂਦਾ। ਜਿਹੜੇ ਪਹਿਲਾਂ ਲੋਕ ਗੀਤ ਸੁਣ ਰਹੇ ਸਨ, ਹੁਣ ਪ੍ਰਭੂ ਦੇ ਗੀਤ ਸੁਣ ਰਹੇ ਆ। ਜਿਹੜੇ ਪੈਰ ਕਿਸੇ ਵੀ ਨਾਲ, ਕਿਸੇ ਵੀ ਮਾੜੇ ਰਾਹ ਤੇ ਚਲੇ ਜਾਂਦੇ ਸੀ, ਹੁਣ ਉਹ ਕੇਵਲ ਸਤਸੰਗੀਆਂ ਨਾਲ, ਸਤਸੰਗ ਦੇ ਰਾਹ, ਸੇਵਾ ਕਰਨ ਦੇ ਰਸਤੇ ਤੇ, ਉਸ ਰਾਹਾਂ ਤੇ ਚੱਲਦੇ ਆ ਜਿੱਥੇ ਕਿਸੇ ਦਾ ਭਲਾ ਹੋਣਾ ਹੋਵੇ। ਮਾੜੇ ਰਾਹਾਂ ਤੇ ਨਹੀਂ ਤੁਰਦੇ, ਕਿਉਂਕਿ ਸਤਸੰਗ ਵਿੱਚ ਆ ਕੇ ਇਹ ਜਿਨ੍ਹਾਂ ਨਾਲ ਵਾਪਰਿਆ ਉਹਨਾਂ ਦਾ ਮੰਨਣਾ ਹੈ, ਉਹਨਾਂ ਦਾ ਕਹਿਣਾ ਕਿ ਇਨਸਾਨ ਦੀ ਤੋਰ ਵੀ ਬਦਲ ਜਾਂਦੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਕਹਿ ਦਿੱਤਾ, ਭਗਤਾਂ ਕੀ ਚਾਲ ਨਿਰਾਲੀ। ਰੱਬ ਦੇ ਪਿਆਰਿਆਂ ਦੀ ਚਾਲ ਨਿਰਾਲੀ, ਵੱਖਰੀ ਚਾਲ ਹੈ। ਚਾਲਾਂ ਨਿਰਾਲੀ, ਭਗਤਾਂ ਕੀ ਚਾਲ ਨਿਰਾਲੀ। ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰ ਚੱਲਣਾ। ਧਰਮ ਦੇ ਰਾਹ ਤੇ ਚੱਲੇ, ਚਾਲ ਵੀ ਵੱਖਰੀ ਹੋ ਗਈ। ਸੰਸਾਰ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰ ਦੀ ਤੋਰ ਪਲ ਪਲ ਤੇ ਬਦਲਦੀ ਹੈ, ਪਰ ਧਰਮੀ ਦੀ ਤੋਰ ਕੇਵਲ ਪਰਮਾਤਮਾ ਦੇ ਰਸਤੇ ਤੇ ਤੁਰਦੀ ਹੈ। ਔਰ ਮਹਾਰਾਜ ਸਾਹਿਬ ਨੇ ਕਿਹਾ, ਜੇ ਤੂੰ ਧਰਮੀ ਹੋਣਾ, ਇੱਥੇ ਮੈਂ ਇੱਕ ਬੇਨਤੀ ਹੋਰ, ਕਬੀਰ ਸਾਹਿਬ ਨੇ ਬੜੀ ਕਮਾਲ ਦੀ ਉਦਾਹਰਨ ਦਿੱਤੀ ਕਿ ਸਰਬੱਤਰ ਤਰਾਣਾ ਹੈ। ਇੱਥੇ ਸਾਨੂੰ ਰੱਬ ਦੀ ਤਾਕਤ ਦਾ ਅਹਿਸਾਸ ਕਰਾਇਆ ਜਾ ਰਿਹਾ ਕਿ ਸਾਰੇ ਬ੍ਰਹਿਮੰਡ ਵਿੱਚ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਕਰੋੜਾਂ ਬ੍ਰਹਿਮੰਡਾਂ ਦੀ ਗੱਲ ਹੈ, ਕੱਲੀ ਕਰੋੜਾਂ ਧਰਤੀਆਂ ਦੀ ਨਹੀਂ। ਕਰੋੜਾਂ ਬ੍ਰਹਿਮੰਡ, ਕਰੋੜਾਂ ਬ੍ਰਹਿਮੰਡਾਂ ਵਿੱਚ ਕਰੋੜਾਂ ਹੀ ਧਰਤੀਆਂ ਨੇ। ਸਾਰੇ ਪਾਸੇ ਉਹਦੀ ਤਾਕਤ ਵਰਤ ਰਹੀ ਹੈ। ਔਰ ਕੇ ਸਰਬੱਤਰ ਤਰਾਣ ਹੈ, ਤਰਾਣ ਦਾ ਮਤਲਬ ਤਾਕਤ। ਸਾਰੇ ਜੀਵ ਜੰਤੂਆਂ ਵਿੱਚ 84 ਲੱਖ ਜੂਨ ਹੈ, ਭਾਵੇਂ ਜੜ ਜੂਨੀਆਂ, ਭਾਵੇਂ ਚੇਤਨ ਜੂਨੀਆਂ। ਚਾਹੇ ਪਹਾੜ, ਇਹ ਜੜ ਜੂਨੀਆਂ ਨੇ। ਬਨਸਪਤੀ ਹੈ, ਇਹ ਜੜ ਜੂਨੀਆਂ ਨੇ। ਪੱਥਰ, ਇਹ ਜੜ ਜੂਨੀਆਂ। ਇਹਨਾਂ ਵਿੱਚ ਵੀ ਪਰਮਾਤਮਾ ਦੀ ਤਾਕਤ ਹੈ, ਇਹਨਾਂ ਵਿੱਚ ਵੀ ਪਰਮਾਤਮਾ ਦੀ ਤਾਕਤ ਵਰਤ ਰਹੀ ਹੈ। ਚੇਤਨ ਜਿਹੜੀਆਂ ਜੂਨਾਂ, ਉਹਨਾਂ ਵਿੱਚ ਵੀ ਉਹਦੀ ਤਾਕਤ ਵਰਤ ਰਹੀ ਹੈ। ਕੇ ਸਰਬੱਤਰ ਤਰਾਣ ਹੈ, ਸਭ ਵਿੱਚ ਉਹਦੀ ਤਾਕਤ। ਪਰ ਸੰਸਾਰੀ ਬੰਦੇ ਨੂੰ ਇਹ ਗੱਲ ਨਹੀਂ ਸਮਝ ਆਉਂਦੀ। ਉਹ ਕਹਿੰਦਾ ਤਾਕਤ ਮੇਰੀ ਹੈ, ਮੇਰਾ ਜ਼ੋਰ ਹੈ। ਤੂੰ ਮੇਰੀ ਤਾਕਤ ਨਹੀਂ ਜਾਣਦਾ ਕਿੰਨੀ ਹੈ। ਕਿਸੇ ਨੂੰ ਧਮਕੀ ਦਿੰਦਾ ਨਾ, ਉਹ ਕਹਿੰਦਾ ਤੈਨੂੰ ਮੇਰੀ ਤਾਕਤ ਦਾ ਅੰਦਾਜ਼ਾ ਨਹੀਂ। ਪਰ ਜੇ ਸਾਹਮਣੇ ਉਹ ਸਰਮਦ ਫਕੀਰ ਵਰਗਾ ਹੋਵੇ, ਸਾਹਮਣੇ ਸ਼ੇਖ ਫਰੀਦ ਜੀ ਵਰਗਾ ਹੋਵੇ, ਸਾਹਮਣੇ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਹੋਵੇ, ਤੇਰੀ ਤਾਕਤ ਦਾ ਤਾਂ ਅੰਦਾਜ਼ਾ ਕਿਤੇ ਨਾ ਕਿਤੇ ਭਾਈ ਹੋਏਗਾ। ਪਰ ਜਿਹੜੀ ਤਾਕਤ ਸਾਹਮਣੇ ਉਹ ਫਕੀਰ, ਉਹ ਰੱਬ ਦਾ ਪਿਆਰਾ ਲਈ ਬੈਠਾ ਹੈ, ਉਸ ਬ੍ਰਹਮ ਗਿਆਨੀ ਕੋਲ ਜਿਹੜੀ ਤਾਕਤ ਹੈ, ਉਹਦਾ ਤੇਰੇ ਕੋਲੇ ਕੋਈ ਅੰਦਾਜ਼ਾ ਨਹੀਂ। ਤੇਰੀ ਤਾਕਤ ਤਾਂ ਪਹਿਲਾਂ ਇਕੱਠੀ ਕਰਨੀ ਪਏਗੀ, ਫਿਰ ਇੱਕ ਮਰਿਆਦਾ, ਇੱਕ ਸੂਤਰ ਧਾਰ ਕਰਨਾ ਪਏਗਾ, ਫਿਰ ਹੁਕਮ ਹੋਏਗਾ, ਆਦੇਸ਼ ਹੋਏਗਾ, ਫਿਰ ਉਹਦੀ ਕਿਰਿਆ, ਉਹਨੂੰ ਹੋਂਦ ਵਿੱਚ ਇੰਪਲੀਮੈਂਟ, ਅਮਲ 'ਚ ਲੈ ਕੇ ਆਉਂਦਿਆਂ ਸਮਾਂ ਲੱਗੇਗਾ। ਸਾਹਮਣੇ ਵਾਲੇ ਬੈਠੇ ਨੇ ਤਾਂ ਇੱਕ ਬਚਨ ਹੀ ਕਰਨਾ, ਇੱਕ ਬਚਨ ਦੇ ਨਾਲ ਉਹਦੀ ਤਾਕਤ ਦਾ ਤੈਨੂੰ ਅੰਦਾਜ਼ਾ ਲੱਗ ਜਾਏਗਾ, ਕਿਉਂਕਿ ਉਹ ਪ੍ਰਮਾਤਮਾ ਤੱਕ ਪਹੁੰਚ ਗਿਆ। ਇੱਥੇ ਜੇ ਅੱਖਾਂ ਦਾ ਨਜ਼ਰੀਆ ਬਦਲਦਾ ਹੈ, ਕੰਨਾਂ ਦੀ ਸੁਣਨ ਸ਼ਕਤੀ ਬਦਲਦੀ ਹੈ, ਬੰਦੇ ਦੀ ਤੋਰ ਚੇਂਜ ਹੁੰਦੀ ਹੈ, ਜਦੋਂ ਧਰਮੀ ਬਣਦਾ ਹੈ, ਭਗਤਾਂ ਕੀ ਚਾਲ ਨਿਰਾਲੀ ਹੋ ਜਾਂਦੀ ਹੈ। ਤੇ ਕਬੀਰ ਸਾਹਿਬ ਕਹਿੰਦੇ, ਮੇਰੇ ਅੰਦਰ 2 ਇਸਤਰੀਆਂ ਸਨ। ਜਦੋਂ ਮੈਂ ਗੁਰੂ ਕੋਲ ਆਇਆ, ਗੁਰੂ ਨੇ ਦੋਨਾਂ ਚੋਂ ਇੱਕ ਭਜਾ ਦਿੱਤੀ, ਦੂਸਰੀ ਆ ਗਈ। ਬੜੇ ਕਮਾਲ ਦੀ ਉਦਾਹਰਨ ਦਿੱਤੀ। 2 ਔਰਤਾਂ ਅੰਦਰ ਗੁਰੂ ਦੀ ਸੰਗਤ ਵਿੱਚ ਆਇਆ, ਉਹਨੇ ਇੱਕ ਭਜਾ ਦਿੱਤੀ। ਹੁਣ ਔਰਤ ਇਸਤਰੀ ਕੀ ਹੈ ਇੱਥੇ? ਮੱਤ। ਮੇਰੇ ਕੋਲੇ ਜਦੋਂ ਮੈਂ ਗੁਰੂ ਕੋਲ ਆ ਰਿਹਾ ਸੀ, ਮੇਰੇ ਕੋਲੇ ਮੇਰੀ ਮੱਤ ਸੀ, ਮੇਰੇ ਕੋਲੇ ਭੈੜੀ ਮੱਤ ਸੀ, ਮੇਰੇ ਕੋਲੇ ਦੁਰਮੱਤ ਸੀ। ਔਰ ਉਹ ਮੱਤ ਸੀ ਕਿਉਂਕਿ ਇੱਕ ਇਸਤਰੀ ਨਾਲ ਤਰਜੀਹ ਦੇ ਰਹੇ ਆ। ਪਹਿਲਾਂ ਇੰਨੀ ਭੈੜੀ ਸੀ, ਪਹਿਲੀ ਕੁਰੂਪ ਕੁਜਾਤ ਕੁਲੱਖਣੀ। ਪਹਿਲੀ ਮੱਤ ਕੁਰੂਪ ਵੀ ਬਹੁਤ ਸੀ, ਕੋਈ ਸੁੰਦਰਤਾ ਨਹੀਂ ਸੀ। ਕੁਜਾਤ, ਕੋਈ ਉੱਚੀ ਜਾਤ ਦੀ ਵੀ ਨਹੀਂ ਸੀ। ਵੈਸੇ ਤਾਂ ਖਸਮ ਵਿਸਾਰੈ ਤੇ ਕਮਜਾਤ, ਜਿਹੜੇ ਰੱਬ ਤੋਂ ਦੂਰ ਹੋ ਗਏ, ਮਹਾਰਾਜ ਕਹਿੰਦੇ ਕਮਜਾਤ, ਜਿਨ੍ਹਾਂ ਨੂੰ ਰੱਬ ਦਾ ਨਾਂ ਭੁੱਲ ਗਿਆ। ਕੁਲੱਖਣੀ,
माड़े लक्षणों वाली, किरदार कोई चंगा नहीं। कबीर साहब कह रहे हैं पहली मत जिहड़ी सी मेरी, पहली करूप कुजात कुलखणी, सहुरे पई है बुरी। सहुरे भी उन्होंने कोई सन्मान नहीं, पेकियां विच भी कोई चंगा काम नहीं किया, उत्थे भी सन्मान नहीं। पेकियां ने क्या कदों ये जावे अगले घर ते साडी जान सौखी होवे, सहुरे कहंदे भी ये साडे कित्थों पेश पै गई। जिहदे लक्षण चंगे ना होण, करूप होवे, कुजात होवे, किरदार ना होवे, सुभाव ना होवे, निमर सुअखर खबण गुण जेबा मणियां मंत आ तीन गुण ना होण, ਉਹਨੂੰ कोई चंगा नहीं समझदा। कबीर साहब कहते मेरी मत जिहड़ी आ पहला इवें दी सी। सहुरे ते पईए दे अर्थ की आ, मेरी मत इन्नी माड़ी सी, ना तो वो संसार विच किसी ने प्रवान की, ना गुरु कोल प्रवान हुई। सहुरे पई है बुरी, पर गुरु साहब की बख्शिश हुई। अब की स्वरूप सुजान सुलखनी, सहजे उदर धरी, जेड़ी बिरती हुण मैं आत्मक अडोलता राही, गुरु दे शब्द राही, गुरु दे दसे उपदेश नूं कमा के, जेड़ी मत मैनू हुण प्राप्त हो गई, गुर की मत तू लेह आने, जेड़ी गुरु की मत मैनू हुण मिल गई, मैं अपने अंदर उन्होंने वसा लिया, पक्के तौर पर उसका वसेबा कर लिया। वो सोहने रूप वाली, सुचज्जी ते चंगे लक्षणों वाली है, उन्हें मैनू समाज में भी प्रवान करा दिता, उन्हें मैनू गुरु ते परमात्मा के घर भी प्रवान करा दिता। धर्मी बंदे को गुरु की मत हुंदी है, परमात्मा की मत हुंदी है, वो अपनी मत छड्ड दिंदा है, अपनी मत गवा दिंदा है। इत्थे तां मिलदा ही उहनूं है जिहड़ा आप गवाई है तां शौह पाई है। बंदा कहता मैं मेरी ताकत मैं आ कर सकता, मैं वो जेड़े जिन्ना चिर मैं करनगे। मैं कल भी बेनती की सी, ते कामी क्रोधी बख्शे गए, जिन्हां कोले हंकार सी उन्हां नूं देर लगी ते वो बख्शे भी नहीं गए। जिन्हां ने छड्ड दिता हंकार तो जित गए वो बख्शे गए, क्योंकि काम क्रोध लो ये सब कुछ तुसीं गुरु घर तो बाहर रखोगे, पर हंकार जिहड़ा वो इत्थे भी नाल आ जांदा है, बड़े सूक्ष्म रूप में आ जाता है। तो जदों आएगा गुरु की बख्शिश तो सानू सखना रखेगा। तो यह हंकार तो भाई धर्मी लोगों में, हम बड़ कुलीन, हम पंडित, हम जोगी सन्यासी, इदां दे हंकार भी मन में आ जाते आ कि मैं कब बहुत चंगा कवि हाँ, कवि नूं लगदा मैं बहुत चंगा कवि हाँ। हम बड़ कब मैं वड्डा कवि, कुलीन मैं उच्ची कुल विच पैदा होया, पंडित मैं ज्ञानवान बहुत हाँ। हम जोगी मेरे वर्गा जोगी कोई नहीं, सन्यासी मेरे वर्गा सन्यासी कोई नहीं। ते गुरु नानक साहब ने सिद्धा जोगियों को यही गल, वो कहते मैं घर छड्ड आया, मैं परिवार छड्ड आया, कहते घर परिवार ही छड्ड के आया, मैं तो हले भी नाल है, मैं तो तुसीं अज भी नहीं छड्डी। तुसीं घर परिवार संसार कहने हो मैं छड्ड आया, पर मैं तो हले भी नाल है। तो मारे कहते हंकार देखो, जो बंदा कहता मेरी ताकत मैं अपने जोर ते जिउना, उदों वो कहता हम बड़ कब कुलीन, हम पंडित, हम जोगी सन्यासी, ज्ञानी गुनी सूर हम दाते, ए बुद्ध कबे ना नासी, मैं ज्ञानवान मैं सूरमा। एहो जी अपने आप नूं शाबाशे देण वाली बुद्ध कदे भी नहीं खत्म हुई, ये नाल नाल ही चल रही है। तो महाराज साहब कहते इन्हें गुरु कोले प्रवान नहीं होण दिता, इसलिए सतगुरु पातशाह ने कहा भाई जे गुरु कोले आके प्रवान होना। कबीर साहब ने 3-4 उदाहरण दित्तियां। पहला उन्होंने कहा रोड़ा, रोड़े वर्गे सी, सख्त सी। कबीर रोड़ा हुए रहो बाट का, तज मन का अभिमान, ऐसा तेरा दास होए ताहे मिले भगवान। फिर उन्होंने क्या कबीर रोड़ा हुआ था क्या भया, जो पंथी को दुख दे, तू तो आए गए राही नूं दुख दे रहा। सख्त हंकार तेरे को इन्ना आ गया, किसी नूं भी कौड़ा बोल कह जाना है, किसी नूं भी माड़ा बोल कह जाना है। हर तू कर्म कांडा में इन्ना उलझ गया, तेनू अपने जो धर्म के कर्म किए तेनू लगता कि मैं बहुत महान हो गया, दूसरा तो तेनू लगता ही कुछ नहीं। एक बारी कोई सन्यासी, कोई जोगी, कोई महात्मा बेड़ी दे विच ना बैठे पार लंघण लई जा रहे सी। बेड़ी दा मलाह कदे किसी नूं एवें नहीं समझना चाहिए, जे साडे कोले कुछ है तां उहदे लई परमात्मा दा शुकराना करो, हंकार नहीं। ਉਹਦਾ ਧੰਨ ਕਿਸੇ ਨੂੰ ਨੀਵਾਂ दिखा के ਉੱਚੇ नहीं होना, कदे आप नितनेमी ਜਾਂ किसी ने नहीं किया तो नफरत नहीं करनी।
जे साडे तो कोई धर्म का कर्म सतगुरु करा रहे आ, ਉਹਦੇ ਲਈ ਉਹਦਾ ਧੰਨਵਾਦ ਕਰੋ। जे किसी तो नहीं हो रहा तो ਉਹਨੂੰ नीवी नज़र नाल नहीं वेखना। तो जोगी सन्यासी मलाह नूं कहंदा भी तैनूं वेद पढ़ने आउंदे आ, शास्त्र? वो कहंदा जी नहीं। कहंदा तेरा जीवन 8 आने व्यर्थ गया। थोड़ा जिहा अगे जाके कहंदा भी फिर कोई धर्म का कर्म करदा, कर्म कांड? वो कहंदा जी वो भी नहीं कदे कीते। कहंदा 12 आने व्यर्थ चला गया। अगे तूफान आया, बेड़ी डगमगा गई, डुबन लगी। तो जोगी सन्यासी पुछदा भी हुण की होएगा? मलाह कहंदा महाराज तुहानूं तरना आउंदा? तो कहंदा भी तरना तो नहीं सीखिया। फिर वो कहंदा तुहाडा 16 आने जीवन व्यर्थ गया। मेरा तो 12 गया, तुहाडा 16 आने व्यर्थ गया। तुसीं जिहड़ियां गल्लां करदे हो तुहाडा सीमित ज्ञान है। गल इत्थे तरन दी आ। जिन्हों तरना आ गया वो तो तर ही जाएगा ना। तुहाडे कोले इन्ना ज्ञान है तो तुहानूं तरन दी जात नहीं किवें पार लगोगे? तुहाडा तो सारा जीवन ही व्यर्थ चलिया गया। और दूसरी गल, ज्ञान जदों हासिल करना, असीं की करदे हां? ज्ञान सुनिया फिर अपने दिमाग नूं पुछीदा भी ठीक है जां नहीं। चिंतन मंथन हुंदा भी जे माफक आया तो रख लो, जे नहीं आया तो छड्ड दो। कबीर जहां ज्ञान तह धर्म है, जिथे ज्ञान है धर्म ने उत्थे रुकना है। पर ज्ञान गुरु मुताबिक होवे। जे हुण बंदा अपने ज्ञान नाल गुरु दे ज्ञान की तुलना करे, एक म्यान च 2 तलवारां किवें पैणगीआं? ते अपनी जदों मत दी अपनी मत दे तराजू विच तोलदा भी गुरु ने ठीक किया जां गलत किया, उत्थे फिर ये फेल हो जाता है। महाराज कहते ज्ञान इहो जिहा होवे जिवें भाई नंद लाल साहब हुणां कोल सी। वो ज्ञानी भी इन्ने वड्डे आ, कवि भी इन्ने वड्डे आ, विद्वान भी इन्ने वड्डे आ, पर अपने आप नूं जणाया नहीं। जिवें जिवें फल लगदे गए, नीवें हुंदे गए, ते ज्ञानी भी रज के, विद्वान भी रज के, ते गुरु घर दे लंगरां दी सेवा भी रज के करदे। जदों बंदे नूं हुंदा मैं बहुत वड्डा ज्ञानी कथावाचक, उत्थे जदों मैं ने रोक लिया, फिर उन्होंने सेवा करन लग्या थोड़ी जी दिक्कत आएगी। कोई की कहेगा भी एडा वड्डा ज्ञानी होकर सेवा कर रहा। जे नूं दूजे शब्दां च वेखो, तू वड्डा बणिया ही तां कि तू सेवा करदा है। ये ना सोच भी की कहणगे भी एडा वड्डा ज्ञानी सेवा कर रहा। तू ये सोच भी वड्डा बणिया ही तां, तैनूं सेवा ने वड्डा बना दिता। अहंकार त्याग के सेवा कर, अपने अंदर दे ज्ञान नूं पासे रख के सेवा कर, क्योंकि सब कुछ उस परमात्मा ने दिता। जे इत्थे कुछ लेना चाहना तो तैनूं गुरु दे मुताबिक ही तुरना पएगा। गुरु दे मुताबिक। कबीर साहब ने कहा, कबीर रोड़ा हुए रहो बाटका, तज मन का अभिमान, ऐसा तेरा दास हुए ताहि मिले भगवान। कबीर रोड़ा हुआ था क्या भया, जो पंथी को दुख दे, ऐसा तेरा दास हुए ज्यों धरनी में खे। कबीर खे हुई तो क्या भया, जो उड लग गए अंग। तू तो आए गेराइया दे शरीर ते जेड़ी धूड़ है वो लग रही है। भाई हरी दा प्यारा किसी नूं दाग नहीं लाउंदा, तो दाग मिटाउंदा है। वो किसी ते धूड़ पाउंदा नहीं, पई हुई धूड़ नूं साफ करदा है। सफाई किरत, सफाई जिहड़ी है सेवा दा संकल्प, सफाई करदा है। कबीर खे हुई तो क्या भया, जो उड लागे अंग, हर जन ऐसा चाहिए ज्यों पानी सरबंग। पानी वर्गा होवे रब दा प्यारा। फिर उन्होंने क्या, कबीर पानी हुआ था क्या भया, जो सीरा ताता होए। पानी कदे तत्ता कदे ठंडा, रब दा प्यारा तो इवें नहीं ना चाहिए कदे वो तत्ता हो जाए तो कदे ठंडा हो जाए। वो तो एक समानता, एक रस विच। फिर पूछया जी किहो जिहा होवे, कहंदे हर जन ऐसा चाहिए जैसा हर ही होए। रब दा प्यारा तो रब वर्गा ही होना चाहिए, परमात्मा वर्गा ही होना चाहिए, अकाल पुरख वाहिगुरु वर्गा होना चाहिए। वाहिगुरु वर्गा उदों होएगा जदों वो कहे परमात्मा मैं नहीं कुछ कर रहा, सब तेरी ताकत वरत रही है। उन्होंने एक गल मननी पएगी कि मेरी ताकत नहीं, मेरा जोर, मेरा बल, मेरी बुद्ध कुछ भी नहीं, मेरी मत कुछ नहीं। हमरा किया कुछ ना होए करे है राम, होए है सोए मेरा कीता कुछ नहीं हो रहा। इत्थे तो वही हो रहा जो परमात्मा तू कर रहा। जे रब वर्गे होना तो मैं छड्डनी, मैं मेरी ताकत मैं कुछ भी नहीं। जो कुछ है कबीर तू तू करता, तू हुआ मुझ में रहा ना हूं। जब आपा पर काम मिट गया, जत देखो तत तू।
ਇਹ ਆਪਣੀ ਮੈਂ ਨੂੰ ਛੱਡਣਾ ਪਏਗਾ। ਪਰ ਅਸੀਂ ਹਲੇ ਉਸ ਦਾਇਰੇ ਵਿੱਚ ਆਉਣਾ ਨਹੀਂ ਚਾਹੁੰਦੇ। ਇੱਕ ਬੰਦਾ ਗਲੀ ਦੇ ਵਿੱਚ ਨਾ ਉਹ ਘਰ ਲੱਭ ਰਿਹਾ ਸੀ, ਕਦੇ ਅੱਗੇ ਚਲੇ ਕਦੇ ਪਿੱਛੇ ਚਲੇ। ਤੁਹਾਡੇ ਵਰਗਾ ਕੋਈ ਸਿਆਣਾ ਸੀ, ਉਹਨੇ ਪੁੱਛਿਆ ਭਾਈ ਕਿਹੜਾ ਘਰ ਲੱਭ ਰਿਹਾ? ਉਹਨੇ ਕਿਹਾ ਜੀ ਇੰਨੇ ਨੰਬਰ ਘਰ। ਉਹ ਕਹਿੰਦੇ ਪਿੱਛੇ ਤਾਂ ਹੈ, ਤੂੰ ਜਾਂਦਾ ਕਿਉਂ ਨਹੀਂ? ਇਸੇ ਗਲੀ 'ਚ ਮਗਰ ਰਹਿ ਗਿਆ। ਉਹ ਕਹਿੰਦਾ ਜੀ ਦੇਖ ਤਾਂ ਮੈਂ ਵੀ ਲਿਆ ਪਰ ਮੈਂ ਜਾਣਾ ਹੀ ਨਹੀਂ ਚਾਹੁੰਦਾ। ਮੇਰੀ ਆਦਤ ਹਲੇ ਘੁੰਮਣ ਫਿਰਨ ਦੀ ਬਣੀ ਹੋਈ ਆ, ਮੈਂ ਉਸ ਘਰ ਵਿੱਚ ਵੜਨਾ ਹੀ ਨਹੀਂ ਚਾਹੁੰਦਾ। ਗੁਰੂ ਸਾਹਿਬ ਤਾਂ ਸਾਨੂੰ ਆਵਾਜ਼ ਮਾਰ ਕੇ ਕਹਿੰਦੇ ਆ, ਭੂਲੇ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਤਾਂ ਹਰ ਰੋਜ਼ ਆਵਾਜ਼ਾਂ ਮਾਰ ਕੇ ਰਸਤਾ ਦੱਸਦੇ ਆ, ਪਰ ਬੰਦੇ ਦਾ ਸੁਭਾਅ ਹਜੇ ਘੁੰਮਣ ਫਿਰਨ ਦਾ ਆਉਣਾ ਹੀ ਨਹੀਂ ਚਾਹੁੰਦਾ। ਇਹ ਹਲੇ ਰਸ ਵੇਖਣੇ ਚਾਹੁੰਦਾ ਵੀ ਉੱਥੇ ਵੀ ਵੇਖ ਲਵਾਂ, ਉੱਥੇ ਵੀ ਵੇਖ ਲਾਂ, ਇੱਥੇ ਵੀ ਵੇਖ ਲਾਂ, ਉੱਥੇ ਕੀ ਆ ਉੱਥੇ। ਇਹ ਜਿੱਧਰ ਨੂੰ ਜ਼ਿਆਦਾ ਭੀੜ ਉੱਧਰ ਨੂੰ ਜ਼ਿਆਦਾ ਦੌੜਦਾ। ਇਹ ਹਜੇ ਉਸ ਘਰ ਵਿੱਚ, ਤਾਂ ਹੀ ਤਾਂ ਮਾਰੇ ਕਹਿੰਦਾ ਮਨ ਪਰਦੇਸੀ ਵੇ, ਤੂੰ ਆਓ ਘਰ ਆਪਣੇ ਘਰ ਆ। ਕਿਉਂ ਐਵੇਂ ਇੱਧਰ ਉੱਧਰ ਭਟਕ ਰਿਹਾ? ਜਿਹਦਾ ਸਾਹਿਬ ਇੰਨਾ ਡਾਢਾ ਹੋਵੇ, ਇੰਨਾ ਸਮਰੱਥ ਹੋਵੇ, ਬਾਬਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭਾਰਾ, ਉਹਦਾ ਸਿੱਖ ਉਹਦਾ ਸੇਵਕ ਭਟਕਦਾ ਫਿਰੇ, ਇਹ ਗੱਲ ਸ਼ੋਭਾ ਨਹੀਂ। ਇਸ ਲਈ ਭਾਈ ਜੇ ਗੁਰੂ ਵਿੱਚ ਸਮਾਉਣਾ, ਗੁਰੂ ਵਰਗੇ ਪ੍ਰਮਾਤਮਾ ਵਰਗੇ ਬਣਨਾ, ਤਾਂ ਅੱਜ ਇੱਕ ਬਚਨ ਧਿਆਨ ਵਿੱਚ ਰੱਖਣਾ ਹੋਏਗਾ ਕਿ ਸਰਬੱਤਰ ਤਰਾਣਾ। ਇਹ ਸਾਰੀ ਤਾਕਤ ਪ੍ਰਮਾਤਮਾ ਦੀ ਹੈ, ਸਾਰੇ ਜੀਵਾਂ ਵਿੱਚ ਤਾਕਤ ਉਹਦੀ ਵਰਤ ਰਹੀ ਹੈ। ਉਹਦੀ ਤਾਕਤ, ਉਹਦੀ ਸ਼ਕਤੀ, ਉਹਦੇ ਹੁਕਮ ਵਿੱਚ ਇਹ ਸਭ ਕੁਝ ਹੋ ਰਿਹਾ ਹੈ। ਇਹਦੇ ਬੰਦੇ ਦੀ ਕਿਸੇ ਦੀ ਕੋਈ ਤਾਕਤ ਕੰਮ ਨਹੀਂ ਕਰਦੀ। ਜਿਨ੍ਹਾਂ ਨੇ ਆਪਣੀ ਤਾਕਤ ਦਾ ਜ਼ੋਰ ਦਿਖਾਉਣਾ ਚਾਹਿਆ, ਉਹ ਉਹਨਾਂ ਦੇ ਚਵਰ ਛਤਰ ਤਾਕਤ ਆਪ ਸਾਰਾ ਕੁਝ ਉਹਨਾਂ ਦਾ ਮਿੱਟੀ 'ਚ ਰੁਲ ਗਿਆ। ਨੇਸ ਤੋਂ ਨਾ ਲਾਲ ਕਿਲੇ 'ਚ ਹੁਕਮ ਚੱਲਦੇ ਸੀ ਨਾ। ਅੱਜ ਕੌਣ ਬੈਠਾ ਉੱਥੇ? ਲਾਲ ਕਿਲੇ ਦੇ ਤਖਤ ਤੇ ਇਸ ਦੇਸ਼ ਵਿੱਚ ਕਿਸੇ ਵਿਦਵਾਨ ਨੇ ਸੀਸਗੰਜ ਸਾਹਿਬ ਵੱਲ ਵੇਖ ਕੇ ਤੇ ਲਾਲ ਕਿਲੇ ਵੱਲ ਵੇਖ ਕੇ ਕਿਹਾ ਸੀ, ਕਈ ਆਏ ਡੰਡੇ ਦੇ ਜ਼ੋਰ ਵਾਲੇ, ਝੰਡਾ ਆਪਣਾ ਆਪਣਾ ਚਲਾ ਗਏ ਨੇ। ਲਾਲ ਕਿਲੇ ਦੇ ਬੜੇ ਲੋਕ ਆਏ, ਆਪਣੇ ਆਪਣੇ ਰਾਜ ਦੇ ਝੰਡੇ ਚਲਾ ਕੇ ਚਲੇ ਗਏ, ਪਰ ਅੱਜ ਉੱਥੇ ਕੋਈ ਰਾਜ ਕਰਨ ਵਾਲਾ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵੱਲ ਹੱਥ ਕਰਕੇ ਕਿਹਾ ਸੀ, ਵਾਹ ਗੁਰੂ ਤੇਗ ਬਹਾਦਰ ਸਾਹਿਬ, ਤੂੰ ਇੱਕ ਵਾਰ ਇੱਥੇ ਆਇਆ, ਸ਼ਹਾਦਤ ਦਿੱਤੀ, ਤੇਰਾ ਸੀਸ ਧੜ ਤੋਂ ਵੱਖ ਹੋਇਆ। ਇਹੋ ਜੇ ਇਸ ਅਸਥਾਨ ਤੇ ਤੇਰੀ ਚਰਨ ਛੋਹ ਟਿਕ ਗਈ, ਲੱਖਾਂ ਕਰੋੜਾਂ ਸੀਸ ਅੱਜ ਵੀ ਇੱਥੇ ਝੁਕ ਰਹੇ ਆ। ਮੁੱਦਤਾਂ ਬੀਤ ਗਈਆਂ, ਅੱਜ ਵੀ ਤੇਰੇ ਦਰ ਦਾ ਇੱਥੋਂ ਹੁਕਮ। ਸੀਸਗੰਜ ਸਾਹਿਬ ਤੋਂ ਕੋਈ ਇਹ ਥੋੜੀ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿ ਰਿਹਾ, ਉਹ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਸਾਹਿਬ ਆਇਆ। ਕੀ ਆਇਆ? ਸੰਗਤ ਸੁਣਦੀ ਹੈ, ਸਾਹ ਰੋਕ ਕੇ ਸੁਣਦੇ ਆ ਲੋਕ, ਸਾਹ ਘੁੱਟ ਕੇ ਸੁਣਦੀ ਆ ਸੰਗਤ। ਕਿਉਂ? ਕਿਉਂਕਿ ਗੁਰੂ ਸਮਰੱਥ ਗੁਰੂ ਦਾ ਹੁਕਮ ਆਉਂਦਾ ਹੈ। ਫਿਰ ਗੁਰੂ ਤਾਂ ਇਹੋ ਜਿਹਾ ਹੀ ਹੋਵੇ। ਤਾਂ ਮਹਾਰਾਜ ਕਹਿੰਦੇ ਭਾਈ ਇਹ ਸਾਰੀ ਤਾਕਤ, ਸਾਰਾ ਕੁਝ ਉਹਦਾ ਹੁਕਮ, ਉਹਦਾ ਜ਼ੋਰ, ਇਹ ਉਸੇ ਦਾ ਹੀ ਚੱਲ ਰਿਹਾ ਹੈ। ਸਾਨੂੰ ਤਾਂ ਹੁਕਮ ਇਹ ਆ ਕਿ ਹੁਕਮ ਹੈ ਅੰਦਰ ਸਭ ਕੁਝ, ਅਸੀਂ ਉਹਦੇ ਹੁਕਮ ਵਿੱਚ ਚੱਲਣਾ, ਅਸੀਂ ਹੁਕਮ ਵਿੱਚ ਚਲਾਉਣ ਦਾ ਯਤਨ ਨਹੀਂ ਕਰਨਾ। ਕਿਉਂਕਿ ਪ੍ਰਮਾਤਮਾ ਸਮਰੱਥ ਹੈ ਕਿ ਸਰਬੱਤਰ ਪ੍ਰਾਣੇ। ਪ੍ਰਾਣਿਆਂ ਦਾ ਅਰਥ ਹੁੰਦਾ ਜਿੰਦ। ਅੱਜ ਜ਼ਿੰਦਗੀਆਂ ਜਿੰਨੀਆਂ ਇਹ ਵੀ ਉਸ ਪ੍ਰਮਾਤਮਾ ਨੇ ਦਿੱਤੀਆਂ। ਸਾਡੇ ਅੰਦਰ ਜਿਹੜੀ ਜਾਨ ਹੈ ਇਹ ਵੀ ਉਸ ਪ੍ਰਮਾਤਮਾ ਦੀ ਦਿੱਤੀ ਹੈ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰਾ, ਇਹ ਵੀ ਉਸੇ ਪ੍ਰਮਾਤਮਾ ਨੇ ਦਿੱਤੀ ਹੈ। ਕਿ ਸਰਬੱਤਰ ਦੇਸ਼ ਹੈ, ਹਰ ਦੇਸ਼ ਵਿੱਚ ਉਹ ਵਰਤ ਰਿਹਾ, ਹਰ ਦੇਸ਼ ਵਿੱਚ ਉਹ ਮੌਜੂਦ ਹੈ। ਕਿ ਸਰਬੱਤਰ ਭੇਸ ਹੈ, ਹਰ ਥਾਂ, ਹਰੇਕ ਦੇਸ਼, ਹਰ ਭੇਸ ਵਿੱਚ ਪ੍ਰਮਾਤਮਾ ਵਰਤ ਰਿਹਾ ਹੈ। ਸਾਰੇ ਦੇਸ਼ ਵੀ ਉਸੇ ਦੇ, ਦੇਸ਼ਾਂ ਵਿੱਚ ਰਹਿਣ ਵਾਲੇ ਲੋਕ, ਜੀਵ ਜੰਤ ਵੀ ਉਸੇ ਦੇ, ਤੇ ਜਿੰਨੇ ਤਰ੍ਹਾਂ ਦੇ ਜੀਵ ਜੰਤੂਆਂ ਦੇ ਭੇਖ, ਪਹਿਰਾਵੇ, ਵੇਸ ਨੇ, ਇਹ ਵੀ ਉਸੇ ਦੇ ਹੀ। ਔਰ ਸਾਰੇ ਭੇਸਾਂ ਵਿੱਚ ਉਹ ਵਰਤ ਰਿਹਾ। ਕੋਈ ਇਹ ਨਾ ਸੋਚੇ ਵੀ ਆ ਵੱਖਰੇ ਭੇਸ ਵਿੱਚ ਹੀ ਰੱਬ ਮਿਲਦਾ। ਜਿੰਨੇ ਵੀ ਲੋਕਾਂ ਨੇ ਭੇਸ ਪਾਇਆ, ਬਸ ਉਹਨੂੰ ਮਿਲਣ ਦੀ ਇੱਛਾ ਹੋਵੇ, ਜਦੋਂ ਉਹ ਮਿਲਦਾ ਉਹ ਭੇਸ ਨਹੀਂ ਵੇਖਦਾ ਵੀ ਕਿਹੜਾ ਪਾਇਆ, ਉਹਦਾ ਮਨ ਵੇਖਦਾ। ਜਿਸ ਹਿਰਦੇ 'ਚ ਉਹਨੇ ਬੈਠਣਾ ਉਹ ਤਾਂ ਉਹ ਵੇਖਦਾ ਵੀ ਉਹ ਠੀਕ ਹੈ। ਕਿ ਸਰਬੱਤਰ ਮਾਨਿਆ ਪ੍ਰਮਾਤਮਾ, ਕਿ ਸਰਬੱਤਰ ਤਰਾਣਾ। ਜੇ ਸਾਰੇ ਕਿਤੇ ਉਹਦੀ ਤਾਕਤ ਹੈ, ਇਸੇ ਕਰਕੇ ਤਾਂ ਉਹਦੀ ਤਾਕਤ ਅੱਗੇ ਸਾਰੇ ਸਿਰ ਝੁਕਾਉਂਦੇ ਆ ਤੇ ਉਹਨੂੰ ਮੰਨਦੇ ਆ। ਮੰਨਿਆ ਉਸੇ ਨੂੰ ਜਾਂਦਾ ਜਿਹੜਾ ਸਾਰਿਆਂ ਤੋਂ ਸਰਵੋਤਮ ਹੋਵੇ, ਜਿਹਦਾ ਹੁਕਮ, ਜਿਹਦੀ ਤਾਕਤ ਦਾ ਕਿਸੇ ਕੋਲੇ ਬਦਲ ਨਾ ਹੋਵੇ। ਉਹਦੇ ਅੱਗੇ ਫਿਰ ਸਾਰੇ ਝੁਕਦੇ ਆ, ਉਹਨੂੰ ਮੰਨਦੇ ਆ। ਵਾਹਿਗੁਰੂ ਤੁਸੀਂ ਪੂਜਣ ਯੋਗ ਹੋ, ਨਮਸਕਾਰ ਤਾਕੋ ਲੱਖ ਵਾਰ, ਇਹ ਮਨ ਦੀਜੈ ਤਾਕੋ ਵਾਰ। ਪਰਮਾਤਮਾ ਤੈਨੂੰ ਲੱਖ ਵਾਰ ਨਮਸਕਾਰ, ਕਿਉਂਕਿ ਤੈਨੂੰ ਦੇਵੀ ਦੇਵਤੇ, ਪੀਰ ਪੈਗੰਬਰ, ਗੁਰੂ ਸਾਹਿਬਾਨ, ਸਾਧੂ ਸੰਤ, ਰਾਜੇ ਮਹਾਰਾਜੇ, ਰਾਜਾ ਪ੍ਰਜਾ ਸਾਰੇ ਪੂਜ ਰਹੇ ਆ, ਸਾਰੇ ਤੇਰੀ ਪੂਜਾ ਕਰ ਰਹੇ ਆ। ਕਿਉਂਕਿ ਤੂੰ ਸਭ ਤੋਂ ਵੱਡਾ ਹੈ, ਤੂੰ ਸਭ ਤੋਂ
महान है, उत्तम है, सब तो प्रथम है, सर्वोत्तम है, तेरी ताकत का कोई अंदाजा नहीं है। गंडौत बंधन अनकबार सर्व कला सम्राट, तेनों सारिया ताकतां दा मालिक कह के दुनिया नमस्कारा कर रही है, संसार नमस्कारा कर रहा है। तेरिया ताकतां अगे सारे सी झुका रहे। सदैव प्रधान है, प्रधान का अर्थ की होंदा? मुखी। सब थां वाहिगुरु सदा तू ही मुखी है। ते प्रधान बनाउण वास्ते जां इलैक्शन हुंदी है जां सिलैक्शन हुंदी है। दो धड़े हुंदे आ, वो कहंदा साडा बनेगा, वो कहंदा साडा बनेगा। वो कहंदा जे चलो जे दोवां दा क्लैश हो जाए, कहंदे फिर अद्धा टाइम तेरा अद्धा टाइम इन्हां दा। इदां दी सिलैक्शन, इदां दी जां इलैक्शन वोटिंग हुंदी आ। इवें करके प्रधान चाहे वो किसी संस्था का, सोसाइटी का, किसी पोलीटिकल पार्टी का, किसी क्लब का, किसी गुरुद्वारा कमेटी का प्रधान इलैक्शन के सिलैक्शन नाल चुनिया जाता। पर सदैव प्रधान है परमात्मा, तुसी प्रधान हो पर तुहानू ना किसी ने सिलैक्शन नाल चुनिया ते ना इलैक्शन नाल चुनिया। ना तेनू प्रधान बनाउण लगे उत्थे धड़े बने भी वो कहे नहीं नहीं इहनू नहीं बनाउणा, असीं बनना। ना तेरी प्रधानगी का कोई टाइम पीरियड है, कोई ये कहे जी 5 सालों बाद इनू ला के कोई होर बनावांगे, 10 सालों बाद ला के कोई होर बना। सदैव प्रधान है आद काल तो लैके जदों तक इस सृष्टि ब्रह्मंड की होंद रहेगी, तुसीं प्रधान ते मुखी रहोगे। वाहिगुरु तू ही प्रधान रहेगा। तेरी प्रधानगी विच तेरी तू मुखी बन के सारे ब्रह्मंड नूं चला रहा ते ये चलदा रहेगा, क्योंकि संसार दीयां प्रधानगियां आउंदियां जांदियां रहिंदियां ने। जे वाहिगुरु तुसीं आप जुगो जुग अटल, तुहाडा प्रधानगी पुणा भी जुगो जुग अटल है। तुसीं मुखी बने हो, ये भी जो कायम दायम सदा पातशाही, तुहाडी जिहड़ी पातशाही है कायम दायम सदा ही कायम रहने वाली है। इनू कोई चैलेंज नहीं है। जिस आसन ते तुसीं बैठे हो, तुहाडा आसन भी जुगो जुग अटल, ते तुसीं प्रधान बन के सारे ब्रह्मांड नूं चला रहे हो, तुहाडा इह औहदा भी जुगो जुग अटल है, कोई ला नहीं सकदा। के सर्वत्र जपया पातशाह सारे तुहानूं जप रहे आ। तेरा नाम कोई बोले राम राम, कोई खुदाए, कोई सेवा कुसैया, कोई अल्लाह कारण करन करीम कृपा तार रहीम। देखो किन्ने लोग किन्ने नामां नाल उहनूं जप रहे आ। परमात्मा का नाम जपया जा रहा, सारे जप रहे आ। के सर्वत्र थापिया परमात्मा, ये सारा जिहड़ा है ब्रह्मंड ये तेरा ही थापिया होया है। ये सारियां नूं तू बनाया, सारी संसार ब्रह्मंड नूं तू बनाया, ते सारियां दी स्थापना तू कीती, ते सारियां विच सर्वव्यापक भी तू है। सारियां विचों तुसीं आप बैठे हो, ते वाहिगुरू नूं थापिया नहीं जा सकदा। उहने सारियां नूं थापिया, पर उहनूं नहीं थापिया जा। थापिया ना जाए, कीता ना होए, आपे आप निरंजन सोए। तुसी अपने आप तो स्वै भंग सते सिद्ध प्रकाशवान हो, पर तुहानू कोई थाप नहीं सकता। के सर्वत्र भन है, तुसी हर थां जिहड़े सूरज ने ये तुहाडे बनाए, सूरजां नूं तेज प्रकाश, चन्न, रोशनी, जलाल, ये सब कुछ तुसी दिता, ते तुसी इस सूरज नूं इहदे प्रकाश नूं खिलार रहे हो, जां तुसी आप सूरज की तरह प्रकाश खिलार रहे हो। के सर्वत्र मन है, मन है दा मतलब हर जगह आदर सत्कार प्राप्त करने वाला। परमात्मा का तिन्ने लोकां विच करोड़ां ब्रह्मंडां, कोट ब्रह्मंड, जे महाराज ने कोट ब्रह्मंड कहा, इत्थे टैंगे नूं सिहारी करोड़ां ब्रह्मंड, करोड़ नहीं करोड़ां बहुवचन है। करोड़ां की हुण गिनती नहीं ना कोई, पता नहीं किन्ने क ब्रह्मंडां दे विच तेनू आदर मान सन्मान मिल रहा है। सब तेरा मान सन्मान कर रहे हैं, आपो अपने तरीके नाल कर रहे हैं। जिहो जिहा तू किसी नूं मर्यादा बख्शी है धर्म मुताबक, आपो अपने वक्रे नामां नाल तेनू पूज रहे हैं। के सर्वत्र इंद्र है, इंद्र राजा सब तो वड्डा है, पर इंद्र भी तेरी पूजा कर रहे हैं। तुसीं इंद्र नालों भी महान, इंद्र वर्गे देवते, इंद्र वर्गे राजे भी तुहाडी अधीनगी विच ने, उन्हां दे राज तुहाडे राज दे बराबर कुछ भी नहीं। इंद्र वर्गियां नूं भी राजे तुसीं बनाया, उन्हां नूं राज भाग तुसीं बख्शे, तुसीं उन्हां तों भी महान हो के सर्वत्र चंद्र है। परमात्मा हर थां तू ही चंद्रमा कोमल चानण दे रहे हैं, कदे सूरज बन के गर्म तत्ती रोशनी गर्म होके तप रहा है, चानण दे रहे हैं, दिन में चानण कर रहे हैं, किते चंद्रमा के रूप च रातां नूं चानण कर रहे हैं, किते जलाल होके वरत रहे हैं, किते जमाल ठंडा कोमल शीतल सुंदर होके वरत रहा है। ये दोवें रूप तेरे ही है, क्योंकि दोवां नूं तू बनाया। हे रब
हे सस, हे करुणानिध, मेरी अबै बेनती सुन लीजै। तुसी रब सूरज भी तुसी, सस चंद्रमा भी तुसी। हे सूरज ते चंद्रमा नूं बनाउण वाले, हे सूरज ते चंद्रमा दा रूप परमात्मा, मेरी अबै, गुरु गोबिंद सिंह महाराज, मेरी अबै बेनती सुन लीजै। वो भी बेनतियां कर रहे ने, एक रूप जाके रंग अनेक। परमात्मा दा स्वरूप कोई नहीं, चलो जे एक स्वरूप है, अनेक है फिर एक है, एक तो अनेका रूप, अनेका रूपों में फिर वो एक है। किड्डी विशालता, किड्डी खूबसूरती, बड़ा अद्भुत जे ये विषय ने। बड़ा कुछ सोच के, बड़ा कुछ पढ़ विचार के आईदा, पर किसी गल का कोई तोड़ा, कोई हद बंदा नहीं लभदा। बस आनंद आप रल मिल के मानने का यत्न करते हैं, क्योंकि परमात्मा भाई बहुत बेअंत है। बस उन्होंने माणिया जा सकता है, ਉਹਨੂੰ ਮਾਣਿਆ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਪਰਉਪਕਾਰ ਹੈ। ਇਸ ਪਾਵਨ ਪਵਿੱਤਰ ਜਾਪ ਸਾਹਿਬ ਦੀ ਬਾਣੀ ਰਾਹੀਂ ਅਸੀਂ ਰੋਜ਼ ਹੀ ਮਾਣ ਰਹੇ ਹਾਂ। ਅਸੀਂ ਪਰਮਾਤਮਾ ਨੂੰ ਰੋਜ਼ ਮੰਨ ਰਹੇ ਹਾਂ, ਰੋਜ਼ ਧਿਆ ਰਹੇ ਹਾਂ, ਰੋਜ਼ ਉਹਦੇ ਬਚਨ ਨੂੰ ਸੁਣ ਰਹੇ ਹਾਂ, ਰੋਜ਼ ਹੀ ਉਹਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਾਂ। ਇਹ ਸਤਿਗੁਰੂ ਸਾਡੇ ਤੇ ਇਸੇ ਤਰ੍ਹਾਂ ਆਪਣਾ ਤਰਸ ਬਣਾ ਕੇ ਰੱਖਣ, ਇਸੇ ਤਰ੍ਹਾਂ ਬਖਸ਼ਿਸ਼ਾਂ ਨਾਲ ਜੋੜ ਕੇ ਰੱਖਣ। ਖੈਰ ਆਓ, ਅੱਜ ਵੈਸੇ ਦੋ ਇਤਿਹਾਸਕ ਦਿਹਾੜੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਵੀ ਹੈ। ਚਲੋ ਅਸੀਂ ਇਸ ਸਥਾਨ ਤੇ ਕੱਲ ਦਾ ਦਿਨ